TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਜਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗੇ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਆਸਟ੍ਰੇਲੀਆ ਦੇ ਸਕੂਲਾਂ ਵਿੱਚ ਕਿਰਪਾਨ ਪਹਿਨਣ ਤੇ ਲੱਗੀ ਪਾਬੰਦੀ। ਟਿਊਨੀਸ਼ੀਆ ਦੇ ਸਮੁੰਦਰੀ ਤੱਟ ਤੇ ਕਿਸ਼ਤੀ ਡੁੱਬੀ, 50 ਤੋਂ ਵੱਧ ਮੌਤਾਂ। ਜੁੜਵਾ ਭਰਾਵਾਂ ਨੇ ਸਾਹ ਵੀ ਆਖਰੀ ਇਕੱਠਿਆਂ ਲਿਆ। ਸਿੱਟ ਵੱਲੋਂ ਪਾਵਨ ਸਰੂਪ ਚੋਰੀ ਹੋਣ ਅਤੇ ਬੇਅਦਬੀ ਕਾਂਡ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਪੇਸ਼। ਪੰਜਾਬ ਵਿੱਚ ਹਾਕਮ ਪਾਰਟੀ ਦੀ ਫੋਟੋ ਨੂੰ ਲੈ ਕੇ ਹਾਈ ਕਮਾਨ ਹੋਈ ਗੰਭੀਰ। ਪੰਜਾਬ ਸਰਕਾਰ ਖੁਦ ICU ਵਿੱਚ ਪਤਾ ਨਹੀਂ ਕਦੋਂ ਡਿੱਗ ਜਾਵੇ, ਮਜੀਠੀਏ ਦਾ ਕਹਿਣਾ। ਨਵਜੋਤ ਸਿੱਧੂ ਨੇ ਫਿਰ ਨਿਸ਼ਾਨੇ ਵਿੰਨੇ ਕਿ ਸੱਚ ਬੋਲਣ ਵਾਲਾ ਕੈਪਟਨ ਦਾ ਦੁਸ਼ਮਣ। ਅਤੇ 3 ਹੋਰ ਕਿਸਾਨਾਂ ਦੀ ਸੰਘਰਸ਼ ਲੇਖੇ ਲੱਗੀ ਜਿੰਦ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਵਿਸਥਾਰ ਨਾਲ ਗੱਲਬਾਤ ਕੀਤੀ ਜਾਏਗੀ ਤੇ ਟਿੱਪਣੀਆਂ ਵੀ ਕੀਤੀਆਂ ਜਾਣਗੀਆਂ। ਪਰ ਤੁਹਾਨੂੰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਖਬਰਾਂ ਆਸਟ੍ਰੇਲੀਆ ਵਾਲੇ ਪਾਸੋਂ ਸ਼ੁਰੂ ਕਰਦੇ ਹਾਂ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਤੋਂ ਖਬਰ ਮਿਲ ਰਹੀ ਹੈ ਕਿ ਉੱਥੋਂ ਦੇ ਸਕੂਲਾਂ ਦੇ ਵਿੱਚ ਸਿੱਖਾਂ ਦਾ ਧਾਰਮਿਕ ਚਿੰਨ੍ਹ ਕਿਰਪਾਨ, ਜਿਹੜੀ 5 ਕਕਾਰਾਂ ਦੇ ਵਿੱਚ ਸ਼ਾਮਲ ਹੈ, ਕਿਰਪਾਨ ਦੇ ਉੱਤੇ ਪਾਬੰਦੀ ਦਾ ਐਲਾਨ ਹੈ। ਜਾਣਕਾਰੀ ਇਹ ਹੈ ਕਿ ਇੱਕ ਸਕੂਲ ਦੇ ਵਿੱਚ ਉੱਥੇ ਇੱਕ ਵਿਦਿਆਰਥੀ ਨਾਲ ਕਥਿਤ ਤੌਰ ਤੇ ਇੱਕ ਦੂਸਰੇ ਵਿਦਿਆਰਥੀ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਫੈਸਲਾ ਕਰ ਲਿਆ ਗਿਆ ਹੈ। 6 ਮਈ ਨੂੰ ਸਿਡਨੀ ਦੇ ਗਲੇਨਵੁੱਡ ਹਾਈ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਲਹੂ ਲੁਹਾਨ ਹਾਲਤ ਵਿੱਚ ਮਿਲਿਆ, ਜਿਸ ਤੋਂ ਬਾਅਦ ਪੁਲਿਸ ਵੀ ਆਈ, ਐਂਬੂਲੈਂਸ ਵੀ ਸੱਦੀ ਗਈ। ਪੁਲਿਸ ਨੂੰ ਦੱਸਿਆ ਗਿਆ ਕਿ ਇੱਕ ਵਿਦਿਆਰਥੀ ਨੇ ਦੂਸਰੇ ਵਿਦਿਆਰਥੀ 'ਤੇ ਚਾਕੂ ਮਾਰਿਆ। 16 ਵਰ੍ਹਿਆਂ ਦੇ ਵਿਦਿਆਰਥੀ ਨੂੰ ਫੌਰਨ ਹਸਪਤਾਲ ਭਰਤੀ ਕਰਵਾਇਆ ਗਿਆ, ਜਦੋਂ ਕਿ 14 ਵਰ੍ਹਿਆਂ ਦਾ ਇੱਕ ਹੋਰ ਵਿਦਿਆਰਥੀ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਦੇ ਤਹਿਤ ਮੁਕੱਦਮਾ ਵੀ ਦਰਜ ਕੀਤਾ ਗਿਆ। ਫਿਲਹਾਲ ਉਹ ਜ਼ਮਾਨਤ 'ਤੇ ਹੈ। ਦੋਵੇਂ ਵਿਦਿਆਰਥੀਆਂ ਵਿੱਚ ਝਗੜੇ ਦਾ ਮਾਮਲਾ, ਝਗੜੇ ਤੋਂ ਬਾਅਦ ਇਹ ਖੂਨ ਖਰਾਬਾ, ਤੇ ਹੁਣ ਇਹ ਅੰਤਰਰਾਸ਼ਟਰੀ ਪੱਧਰ ਤੇ ਉਮੀਦ ਹੈ ਕਿ ਲਹਿਰ ਪੈਦਾ ਕਰ ਦੇਵੇਗਾ। ਸੰਭਾਵਨਾ ਹੈ, ਕਿਉਂਕਿ ਇਸ ਘਟਨਾ ਦੇ ਵਿੱਚ ਮੂਲ ਰੂਪ ਵਿੱਚ ਧਰਮ ਇੱਕ ਪਾਸੇ ਸ਼ਾਮਲ ਹੋ ਗਿਆ ਹੈ ਤੇ ਦੂਸਰੇ ਪਾਸੇ ਉੱਥੋਂ ਦੀ ਪੁਲਿਸ ਇਸ ਨੂੰ ਬੁਲਿੰਗ ਦਾ ਮਾਮਲਾ ਕਹਿੰਦੀ ਹੈ। ਇੱਕ ਪਾਸੇ ਕਿਰਪਾਨ ਦਾ ਮਾਮਲਾ ਹੈ। ਹੁਣ ਸਿੱਖ ਭਾਈਚਾਰੇ ਨਾਲ ਸੰਬੰਧਿਤ ਰੱਖਣ ਵਾਲੇ ਦੋਸ਼ੀ ਵਿਦਿਆਰਥੀ ਨੇ ਆਪਣੀ ਕਿਰਪਾਨ, ਜਾਣਕਾਰੀ ਦੇ ਅਨੁਸਾਰ ਕਿ ਆਪਣਾ ਜਿਹੜਾ ਹੋਰ ਸਹਿਪਾਠੀ ਸੀ, ਨਾਲ ਪੜ੍ਹਨ ਵਾਲਾ ਸੀ, ਉਹਦੇ ਤੇ ਹਮਲਾ ਕਿਰਪਾਨ ਨਾਲ ਕੀਤਾ। ਉਸੇ ਤੋਂ ਬਾਅਦ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਕਿਰਪਾਨ ਨੂੰ ਲੈ ਕੇ ਜਾਣ ਦੀ ਆਗਿਆ ਨਹੀਂ, ਹੁਣ ਪਾਬੰਦੀ ਦਾ ਐਲਾਨ ਹੈ ਤੇ ਇਹਦੇ 'ਚ ਵਿਵਾਦ ਖੜਾ ਹੋ ਗਿਆ ਹੈ। ਨਿਊ ਸਾਊਥ ਵੇਲਜ਼ ਦੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਹੈਰਾਨ ਨੇ ਕਿ ਵਿਦਿਆਰਥੀ ਸਕੂਲਾਂ ਵਿੱਚ ਚਾਕੂ ਨਾਲ ਲੈ ਕੇ ਜਾ ਸਕਦੇ ਆ। ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਸਰਕਾਰ ਦੇ ਇਸ ਫੈਸਲੇ ਤੋਂ ਨਾਰਾਜ਼ ਹੈ, ਕਿਉਂਕਿ ਇਹ ਚਾਕੂ ਨਹੀਂ, ਇਹ ਸਾਡਾ ਇੱਕ ਕਕਾਰ ਹੈ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਨੇ ਰਵਿੰਦਰਜੀਤ ਸਿੰਘ, ਉਹ ਕਹਿੰਦੇ ਕਿ ਕਿਰਪਾਨ ਨੂੰ ਸਿੱਖ ਅੱਜ ਤੋਂ ਨਹੀਂ, ਸਦੀਆਂ ਤੋਂ ਧਾਰਮਿਕ ਚਿੰਨ੍ਹ ਦੇ ਰੂਪ ਵਿੱਚ ਧਾਰਨ ਕਰਦੇ ਆ ਰਹੇ ਆ। ਉਹ ਕਹਿੰਦੇ ਬਰਤਾਨੀਆ, ਫਰਾਂਸ, ਆਸਟ੍ਰੇਲੀਆ ਤੇ ਕਈ ਹੋਰਨਾਂ ਮੁਲਕਾਂ ਦੇ ਫੌਜੀਆਂ ਨੇ ਜਦੋਂ ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਇਹਨਾਂ ਮੁਲਕਾਂ ਦੇ ਵਾਸਤੇ ਲੜਾਈ ਕੀਤੀ, ਸਿੱਖਾਂ ਨੂੰ ਬਹਾਦਰੀ ਦੇ ਸਨਮਾਨ ਵੀ ਮਿਲੇ ਤੇ ਉਸ ਵਕਤ ਵੀ ਉਹਨਾਂ ਦੇ ਕਿਰਪਾਨ ਪਹਿਨੀ ਹੋਈ ਸੀ। ਇਹ ਗੱਲ ਯਾਦ ਰੱਖਣ ਵਾਲੀ ਹੈ। ਨਿਊ ਸਾਊਥ ਵੇਲਜ਼ ਦੇ ਉੱਥੋਂ ਦੇ ਸਿੱਖਿਆ ਮੰਤਰੀ ਦੇ ਵੱਲੋਂ ਹੁਣ ਪਤਾ ਲੱਗਿਆ ਕਿ ਸਕੂਲਾਂ ਦੇ ਵਿੱਚ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ਤੇ ਰੋਕ ਲਾਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਨੂੰ ਮੰਦਭਾਗਾ ਦੱਸਿਆ, ਧਾਰਮਿਕ ਆਜ਼ਾਦੀ ਦੇ ਖਿਲਾਫ ਦੱਸਿਆ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਾਣਕਾਰੀ ਦੇ ਅਨੁਸਾਰ ਨਿਊ ਸਾਊਥ ਵੇਲਜ਼ ਦੇ ਸਕੂਲਾਂ ਦੇ ਵਿੱਚ ਸਿੱਖ ਬੱਚਿਆਂ ਤੇ ਕਿਰਪਾਨ ਪਾਉਣ ਤੇ 19 ਮਈ 2021 ਤੋਂ ਪਾਬੰਦੀ ਲਾ ਦਿੱਤੀ ਗਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਉਹ ਕੀਤਾ ਜਾ ਸਕਦਾ। ਉਹਨਾਂ ਆਖਿਆ ਕਿ ਭਾਵੇਂ ਇਹ ਪਾਬੰਦੀ ਸਿਡਨੀ ਦੇ ਇੱਕ ਸਕੂਲ ਦੇ ਵਿੱਚ ਇੱਕ ਵਾਪਰੀ ਇਸ ਘਟਨਾ ਤੋਂ ਬਾਅਦ ਲਾਗੂ ਕੀਤੀ ਗਈ ਹੈ, ਪਰੰਤੂ ਸਿੱਖਾਂ ਦੇ ਜੀਵਨ ਦਾ ਇਹ ਅਹਿਮ ਅੰਗ ਹੈ। ਕਿਰਪਾਨ ਸਿੱਖ ਮਾਨਤਾ ਦੇ ਤੇ ਸਿੱਖ ਮਾਪਦੰਡਾਂ ਦੇ ਤੇ ਸਿੱਖ ਰਹਿਤ ਮਰਿਆਦਾ ਦੇ ਉਲਟ ਹੈ ਇਹ ਪਾਬੰਦੀ। ਉਹਨਾਂ ਕਿਹਾ ਕਿ ਕਿਰਪਾਨ ਚਾਕੂ ਨਹੀਂ, ਇਹ ਖੰਜਰ ਨਹੀਂ, ਇਹ ਸਿੱਖਾਂ ਵਾਸਤੇ ਡੂੰਘੇ ਅਰਥ ਰੱਖਣ ਵਾਲੀ ਚੀਜ਼ ਹੈ ਤੇ ਇਹ ਇੱਕ ਵੱਡੇ ਉਦੇਸ਼ ਵਾਲਾ ਵਿਸ਼ਵਾਸ ਦਾ ਇੱਕ ਧਾਰਮਿਕ ਚਿੰਨ੍ਹ ਹੈ। ਤੇ ਇਸ ਫੈਸਲੇ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖਾਂ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚੀ ਹੈ, ਜਿਸ ਦਾ ਕਾਰਨ ਇਸ ਦਾ ਵੱਡੇ ਪੱਧਰ ਤੇ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ।
ਉਹਨਾਂ ਕਿਹਾ ਕਿ ਇਸ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਰਤ ਸਰਕਾਰ ਅਤੇ ਆਸਟ੍ਰੇਲੀਆ ਵਿੱਚ ਭਾਰਤੀ ਰਾਜਦੂਤ ਤੋਂ ਇਹ ਮੰਗ ਕਰਦੀ ਹੈ ਕਿ ਉੱਥੋਂ ਦੀ ਸਰਕਾਰ ਨਾਲ ਗੱਲਬਾਤ ਕਰੇ ਅਤੇ ਆਹ ਜਿਹੜਾ ਫੈਸਲਾ ਲੈ ਲਿਆ ਗਿਆ ਇਸ ਨੂੰ ਰੱਦ ਕਰਵਾਉਣ ਦੇ ਯਤਨ ਕਰੇ। ਅਤੇ ਉਹਨਾਂ ਇਹ ਵੀ ਕਿਹਾ ਕਿ SGPC ਜਲਦੀ ਇਸ ਮਾਮਲੇ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਸਰਕਾਰਾਂ ਨੂੰ ਇੱਕ ਪੱਤਰ ਵੀ ਲਿਖਣਗੇ ਕਿ ਇਸ ਫੈਸਲੇ ਦੇ ਉੱਤੇ ਗੌਰ ਕੀਤੀ ਜਾਵੇ ਅਤੇ ਇਹ ਫੈਸਲਾ ਰੱਦ ਕੀਤਾ ਜਾਵੇ। ਦੱਸਣਾ ਬਣਦਾ ਕਿ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਕਈਆਂ ਹੋਰਨਾਂ ਮੁਲਕਾਂ ਵਿੱਚ ਲੱਗਦੀਆਂ ਰਹੀਆਂ ਨੇ, ਪਰ ਭਾਈਚਾਰੇ ਦੇ ਪ੍ਰੈਸ਼ਰ ਪਾਉਣ ਤੋਂ ਬਾਅਦ, ਉਹਨਾਂ ਨੂੰ ਦੱਸਣ ਤੋਂ ਬਾਅਦ ਕਿ ਕੋਈ ਚਾਕੂ ਨਹੀਂ, ਕੋਈ ਖੰਜਰ ਨਹੀਂ, ਇਹ ਸਾਡਾ ਧਾਰਮਿਕ ਚਿੰਨ੍ਹ ਹੈ। ਇੱਥੋਂ ਤੱਕ ਕਿ ਕੈਨੇਡਾ ਦੇ ਵਿੱਚ ਆਮ ਤੌਰ ਤੇ ਅਦਾਲਤਾਂ ਦੇ ਵਿੱਚ ਕਿਰਪਾਨ ਲਿਜਾਣ ਤੇ ਪਹਿਲਾਂ ਪਾਬੰਦੀ ਹੋਇਆ ਕਰਦੀ ਸੀ, ਪਰ ਇੱਥੋਂ ਦੇ ਭਾਈਚਾਰੇ ਨੇ ਜੱਦੋ-ਜਹਿਦ ਕੀਤੀ, ਅਦਾਲਤਾਂ ਦੇ ਵਿੱਚ ਕਿਰਪਾਨ ਪਹਿਨਣ ਦੀ, ਕਿਰਪਾਨ ਪਾ ਕੇ ਜਾਣ ਦੀ ਕੈਨੇਡਾ ਸਰਕਾਰ ਨੇ ਬੀਤੇ ਸਮੇਂ 'ਚ ਆਗਿਆ ਦੇ ਦਿੱਤੀ ਸੀ। ਅਗਲੀ ਜਿਹੜੀ ਖਬਰ ਹੈ ਇਹ ਬੜੀ ਮੰਦਭਾਗੀ ਜੀ ਖਬਰ ਹੈ। ਟਿਊਨੀਸ਼ੀਆ ਤੋਂ ਖਬਰ ਮਿਲੀ ਹੈ। ਉੱਥੋਂ ਦੇ ਸਮੁੰਦਰੀ ਤੱਟ ਦੇ ਨੇੜੇ ਖਬਰ ਮਿਲੀ ਹੈ ਕਿ 50 ਤੋਂ ਵਧੇਰੇ ਪ੍ਰਵਾਸੀ ਡੁੱਬ ਗਏ ਹੈ, ਜਦਕਿ 33 ਲੋਕ ਬਚਾਏ ਜਾਣ ਦੀ ਖਬਰ ਹੈ। ਉੱਥੋਂ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਮੁਹੰਮਦ ਜੇਕਰੀ, ਉਹਨਾਂ ਨੇ ਦੱਸਿਆ ਕਿ ਟਿਊਨੀਸ਼ੀਆ ਦੇ ਦੱਖਣ ਪੂਰਬੀ ਤੱਟ ਐਸਫੈਕਸ ਦੇ ਕੋਲ ਬੀਤੇ ਸੋਮਵਾਰ ਨੂੰ ਪ੍ਰਵਾਸੀਆਂ ਨੂੰ ਲਿਜਾ ਰਹੀ ਇੱਕ ਕਿਸ਼ਤੀ ਡੁੱਬੀ। ਉਹਨਾਂ ਦੱਸਿਆ ਕਿ ਲਾਪਤਾ ਲੋਕਾਂ ਦੀ ਭਾਲ ਲਈ ਨੇਵੀ ਦੇ ਜਹਾਜ਼ ਰਵਾਨਾ ਕਰ ਦਿੱਤੇ ਗਏ, ਪੋਤ ਰਵਾਨਾ ਕਰ ਦਿੱਤੇ ਗਏ। ਅੰਤਰਰਾਸ਼ਟਰੀ ਇਮੀਗ੍ਰੇਸ਼ਨ ਸੰਗਠਨ ਦੇ ਮੈਡੀਟੇਰੀਅਨ ਕੋਆਰਡੀਨੇਸ਼ਨ ਦਫ਼ਤਰ ਦੇ ਬੁਲਾਰੇ ਉਹਨਾਂ ਨੇ ਦੱਸਿਆ, ਉਹਨਾਂ ਨੇ ਟਵੀਟ ਵੀ ਕੀਤਾ ਕਿ ਬਚਾਏ ਗਏ ਸਾਰੇ ਜਿਹੜੇ 33 ਲੋਕ ਨੇ ਉਹ ਬੰਗਲਾਦੇਸ਼ੀ ਹੈ। ਉਹਨਾਂ ਦੱਸਿਆ ਕਿ ਇਹ ਕਿਸ਼ਤੀ ਐਤਵਾਰ ਨੂੰ ਲੀਬੀਆ ਦੇ ਜਵਾਰਾ ਤੋਂ ਰਵਾਨਾ ਹੋਈ ਸੀ। ਇਸ ਘਟਨਾ ਵਿੱਚ ਇਮੀਗ੍ਰੇਸ਼ਨ ਸੰਗਠਨ ਦੇ ਬੁਲਾਰੇ ਰਿਆਦ ਨੇ ਦੱਸਿਆ ਕਿ ਬਚੇ ਹੋਏ ਲੋਕਾਂ ਨੇ ਦੱਸਿਆ ਕਿ ਕਿਸ਼ਤੀ ਜਦੋਂ ਲੀਬੀਆ ਤੋਂ ਰਵਾਨਾ ਹੋਈ ਤਾਂ ਉਸ ਵਕਤ ਅਸੀਂ 33 ਹੀ ਨਹੀਂ, ਉਹਦੇ ਵਿੱਚ 90 ਵਿਅਕਤੀ ਸਵਾਰ ਸਨ। ਯੂਰਪ ਜਾਣ ਵਾਲੇ ਪ੍ਰਵਾਸੀ ਲੋਕ ਅਕਸਰ ਲੀਬੀਆ ਤੋਂ ਰਵਾਨਾ ਹੁੰਦੇ ਨੇ ਅਤੇ ਉਹ ਇੱਕ ਖਤਰਨਾਕ ਸਾਗਰ ਨੂੰ ਪਾਰ ਕਰਦੇ ਹੈ। ਇਹ ਪਹਿਲੀ ਘਟਨਾ ਨਹੀਂ ਜਦੋਂ ਇਸ ਤਰ੍ਹਾਂ ਸਮੁੰਦਰੀ ਪਾਣੀਆਂ ਦੇ ਵਿੱਚ ਕਿਸ਼ਤੀ ਡੁੱਬੀ ਹੋਵੇ ਅਤੇ ਵੱਧ ਤੋਂ ਵੱਧ ਮੌਤਾਂ ਹੋਈਆਂ ਹੋਣ, ਅਤੇ ਆ ਵੀ 50 ਤੋਂ ਵੱਧ ਲੋਕਾਂ ਦੇ ਡੁੱਬ ਜਾਣ ਦਾ ਖਦਸ਼ਾ ਹੈ ਤੇ ਹੁਣ ਉਹਨਾਂ ਦੀਆਂ ਲਾਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਅਗਲੀ ਖਬਰ, ਜੁੜਵਾ ਭਰਾਵਾਂ ਨੇ ਜਨਮ ਵੀ ਇਕੱਠਿਆਂ ਲਿਆ ਤੇ ਆਖਰੀ ਸਾਹ ਵੀ ਇਕੱਠੇ ਲਏ ਹੈ। ਕਰੋਨਾ ਮਹਾਮਾਰੀ ਚੱਲ ਰਹੀ ਹੈ। ਇਸ ਵਾਇਰਸ ਦੇ ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹੈ, ਪਰ ਭਾਰਤ ਦੇ ਵਿੱਚੋਂ ਜਿਹੜੀ ਖਬਰ ਮਿਲ ਰਹੀ ਹੈ ਇਹ ਇੱਕ ਵੱਖਰੀ ਕਿਸਮ ਦੀ ਖਬਰ ਹੈ। ਮੇਰਠ ਦੇ ਵਿੱਚ ਸੇਂਟ ਥਾਮਸ ਸਕੂਲ ਵਿੱਚ ਅਧਿਆਪਕ ਨੇ, ਉਹਨਾਂ ਨੂੰ ਦੋਹਰਾ ਝਟਕਾ ਲੱਗਿਆ ਕਿਉਂਕਿ ਉਹਨਾਂ ਦੇ ਦੋਵੇਂ ਪੁੱਤਰਾਂ ਦੀ ਇਸ ਕਰੋਨਾ ਵਾਇਰਸ ਦੀ ਲਾਗ ਦੇ ਕਾਰਨ ਮੌਤ ਹੋਈ ਹੈ। ਦੋਵੇਂ ਇੰਜੀਨੀਅਰ ਪੁੱਤ ਸੀ। ਦੋਵਾਂ ਨੂੰ ਕੋਵਿਡ-19 ਵਾਇਰਸ ਨੇ ਆਪਣੀ ਲਪੇਟ ਵਿੱਚ ਲਿਆ। ਇੰਜੀਨੀਅਰ ਭਰਾਵਾਂ ਨੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਲਗਭਗ 22 ਘੰਟਿਆਂ ਤੱਕ ਜ਼ਿੰਦਗੀ ਮੌਤ ਦੇ ਵਿਚਕਾਰ ਸੰਘਰਸ਼ ਕੀਤਾ, ਪਰ ਇਹ ਸੰਘਰਸ਼ ਬਹੁਤਾ ਲੰਬਾ ਚੱਲ ਨਾ ਸਕਿਆ। ਆਖਰਕਾਰ ਮੌਤ ਨੇ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਦੋਵੇਂ ਭਰਾ ਇਕੱਠੇ ਜਨਮੇ, ਇਕੱਠੇ ਪਲੇ, ਇਕੱਠੇ ਪੜ੍ਹੇ, ਇਕੱਠੇ ਹੀ ਫਿਰ ਇੰਜੀਨੀਅਰ ਬਣੇ ਤੇ ਇਕੱਠਿਆਂ ਨੇ ਆਪਣੇ ਆਪ ਦੇ ਵਿੱਚ ਬੜੀ ਮੰਦਭਾਗੀ ਖਬਰ ਹੈ ਕਿ ਆਖਰੀ ਸਾਹ ਵੀ ਇਕੱਠਿਆਂ ਨੇ ਲਿਆ। ਜਾਣਕਾਰੀ ਦੇ ਅਨੁਸਾਰ ਮੇਰਠ ਦੇ ਵਿੱਚ 23 ਅਪ੍ਰੈਲ 1997 ਨੂੰ ਇਹਨਾਂ ਦਾ ਜਨਮ ਹੋਇਆ। ਜਨਮ ਲੈਣ ਵਾਲੇ ਜੇਫਰਡ ਵਰਗੀਸ ਗ੍ਰੇਗਰੀ ਅਤੇ ਰੋਲਫ ਰੇਡਰ ਜਾਰਜ ਗ੍ਰੇਗਰੀ ਦੇ ਜਨਮ ਅਧਿਆਪਕ ਪਿਤਾ ਗ੍ਰੇਗਰੀ ਰੇਮੰਡ ਰਾਫੇਲ ਅਤੇ ਮਾਤਾ ਸੋਫੀਆ ਉਹਨਾਂ ਦੇ ਘਰ ਵਿੱਚ ਹੋਇਆ ਤੇ ਬੜੇ ਖੁਸ਼ ਕਿ ਸਾਡੇ ਘਰ ਜੁੜਵਾਂ ਪੁੱਤਰਾਂ ਨੇ ਜਨਮ ਲੈ ਲਿਆ। ਗ੍ਰੇਗਰੀ ਰੇਮੰਡ ਨੇ ਦੱਸਿਆ ਕਿ ਉਹ ਅਤੇ ਉਹਨਾਂ ਦੀ ਪਤਨੀ ਸੇਂਟ ਥਾਮਸ ਸਕੂਲ ਵਿੱਚ ਅਧਿਆਪਕ, ਉਹਨਾਂ ਦੇ ਦੋਵੇਂ ਬੇਟਿਆਂ ਨੇ ਕੰਪਿਊਟਰ ਤੋਂ BTech ਦੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਹੈਦਰਾਬਾਦ ਦੀਆਂ ਚੰਗੀਆਂ ਕੰਪਨੀਆਂ ਦੇ ਵਿੱਚ ਨੌਕਰੀ ਵੀ ਕਰਨ ਲੱਗ ਪਏ। ਦੋਵਾਂ ਬੇਟਿਆਂ ਦੇ ਜਨਮ ਦੇ ਵਿੱਚ ਸਿਰਫ 3 ਮਿੰਟ ਦਾ ਫਰਕ ਸੀ, ਜਿਸ ਵਿੱਚ ਰਾਲਫਰੈਡ ਛੋਟਾ ਅਤੇ ਬਹੁਤ ਹੋਣਹਾਰ ਵਿਦਿਆਰਥੀ ਦੋਵਾਂ ਨੇ ਡਿਗਰੀ ਲੈਣ ਤੋਂ ਬਾਅਦ ਇਕੱਠਿਆਂ ਹੈਦਰਾਬਾਦ ਦੇ ਵਿੱਚ ਨੌਕਰੀ, ਤੇ ਪਤਾ ਨਹੀਂ ਸੀ ਕਿ ਆਖਰੀ ਸਾਹ ਵੀ ਇਕੱਠੇ ਲੈਣਗੇ। ਦੋਵਾਂ ਨੂੰ ਜਾਣਕਾਰੀ ਅਨੁਸਾਰ 24 ਅਪ੍ਰੈਲ ਨੂੰ ਕੋਵਿਡ-19 ਦੀ ਵਾਇਰਸ ਦੀ ਲਾਗ ਲੱਗੀ। ਇਸੇ ਦੌਰਾਨ ਹਫ਼ਤੇ ਤੱਕ ਉਹਨਾਂ ਨੂੰ ਇਹ ਲਾਗ ਉਸੇ ਤਰ੍ਹਾਂ ਲੱਗਦੀ ਰਹੀ ਤੇ ਉਹ ਬੇਹੱਦ ਬਿਮਾਰ ਹੁੰਦੇ ਗਏ ਅਤੇ ਕੱਲ੍ਹ ਉਹਨਾਂ ਦੀ ਮੌਤ ਹੋ ਗਈ। ਅਤੇ ਤੁਸੀਂ ਦੇਖੋ ਕਿ ਇਕੱਠੇ ਜਨਮ ਉਹਨਾਂ ਨੇ ਲਿਆ ਸਿਰਫ 3 ਮਿੰਟਾਂ ਦੇ ਫਰਕ ਨਾਲ ਤੇ ਮੌਤ ਉਹਨਾਂ ਦੀ 1 ਘੰਟੇ ਦੇ ਫਰਕ ਦੇ ਨਾਲ ਹੋਈ। 23 ਅਪ੍ਰੈਲ ਨੂੰ ਦੋਵਾਂ ਦਾ ਜਨਮ ਦਿਨ ਸੀ, ਪਰ ਇਹ ਪਤਾ ਨਹੀਂ ਸੀ ਕਿ ਜਨਮ ਦਿਨ ਦੇ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ ਇਹ ਉਹਨਾਂ ਦਾ ਆਖਰੀ ਜਨਮ ਦਿਨ ਹੋਏਗਾ ਅਤੇ ਇਹ ਭਰਾ
इस दुनिया नूं अलविदा आ गए है। हुण इक्को ही परिवार के दो जवान पुत जिन्हां ने पता नहीं होर माता पिता नूं किहो जिहा राज कराउणा सी, हुण इस परिवार नूं ना पूरा होने वाला घाटा है। पर यह खबर एक सुनेहा दे के जा रही है कि दोवें गभरू, दोवें जवान, दोवें पढ़े लिखे, कहण दा भाव इस वायरस ने अमीर नहीं देखना, गरीब नहीं देखना, जवान नहीं देखना, बुढ़ा नहीं देखना, पढ़िया लिखिया नहीं देखना, अनपढ़ नहीं देखना। ये नहीं देखना कि इक्को ही घर दे विचों मैं एक जी लिजाना है जां इकट्ठे दो दो लैके जाने ने। सो इस करके सावधानियां वरतीए ताकि तंदुरुस्त रहीए अते होरनां नूं तंदुरुस्त रखण वास्ते आपां जे कोई किसी की मदद कर सकते हैं तो करिए। अगली खबर है, पावन स्वरूप चोरी भी होए, बेअदबी भी हुई। लगातार लोगों की यह वड्डी मंग है तो चिरोकणी मंग है। इस ही मंग नूं आधार बना के 2017 दे विच विधान सभा की चोण भी लड़ी गई कि इंसाफ बेअदबी का भी लैके देंगे, गोली कांड का भी लैके देंगे। पर हुण इसे चीज़ नूं लैके कांग्रेस पार्टी दे विच फुट पई हुई है। पर हुण खबर मिल रही है, खबर अपने आप दे विच बहुत वड्डी है कि असीं ये मामला सुलझा लिया, हल कर लिया। ये किसी ने होर नहीं किया। बेअदबी कांड की जांच करने वास्ते जिहड़ी सिट गठित की हुई आ, उहदे मैंबर ने इंस्पैक्टर दलबीर सिंह सिद्धू। उन्होंने अदालत दे विच कुछ तत्थ पेश किए है। अदालती सूत्रां के मुताबक इंस्पैक्टर दलबीर सिंह सिद्धू ने अदालत नूं दस्सिया कि मुलजम डेरा प्रेमियां ने 12 अक्तूबर ते 2015 नूं बरगाड़ी विच गुरु ग्रंथ साहब के 150 अंग पाड़े अते खिलारे। 100 अंग नेड़ले पिंड हरीनो विच खिलारन लई प्रदीप जिहड़ा राजू दोधी है, हरीनो रोड कोटकपूरा का रहने वाला, उसकी जिम्मेवारी लाई गई। दरअसल ये भी उन्होंने दस्सिया कि डेरे की 45 मैंबरी कमेटी के सरगर्म मैंबर महेंद्रपाल बिट्टू की हदायत से शक्ति अते रणजीत भोले ने 100 अंग राजू दोधी तक पहुँचाए। बरगाड़ी बेअदबी कांड के पए रौले कारण राजू दोधी फिर डर गया। उसने पावन स्वरूप जिहड़े पन्ने फटे हुए सी उन्हां दे 100, वो फिर डरदे मारे ने 100 पन्ने लगभग हरीनो सूए दे विच रोड़ दिते। सिट ने 7 दिनां दी पुलिस रिमांड की मंग का दावा करदिआं दस्सिया कि इन्हां डेरा प्रेमियां दे कोलों गुरु ग्रंथ साहब के 100 पन्ने अते जिल्द बरामद करनी हाले बाकी है। सिट ने अदालत नूं दस्सिया कि 2 जून 2015, 25 सितंबर 2015, 12 अक्तूबर 2015 नूं थाणा बाजा खाना दे विच 3 FIR दर्ज कीतियां गईयां, जिन्हां विचों एक दा नंबर 63 है, एक दा नंबर 117 है अते एक 128 है। ये तीनों ही FIR अणपछातियां दे खिलाफ दर्ज कीतियां गईयां। उस वक्त पावन स्वरूप चोरी होण, भड़काऊ पोस्टर लाउण अते बेअदबी कांड नूं अंजाम देण वालीआं घटनावां दे संबंध दे विच IPC धारा 295A तहत मामले दर्ज किए गए। पर हुण उन्हां दावा किया कि असीं इस मामले नूं जां इन्हां मामलिਆਂ नूं सुलझा लिया। सिट दे अहम प्रगटाविਆਂ तो बाद, इन्हां खुलासिਆਂ तो बाद पंथक हलके हैरान ने कि की पंथ दे नां ते 5 वार सत्ता का आनंद मानने वाले बादलों ने डेरा प्रेमियों नूं इन्नी खुल दिती हुई सी कि जो दिल चाहुंदा है जो मर्जी करो, पंथ विरोधी गतिविधि नूं अंजाम देई चलो। सरकार जां पुलिस जां कानून उहदा कोई डरे ही नहीं, उहदा कोई भय ही नहीं। हुण सवाल एक होर वड्डा पैदा हुंदा है कि सिट दे आ अहम प्रगटाविਆਂ तो बाद कि बादल परिवार, कि श्रोमणी अकाली दल, कि प्रधान, कि श्रोमणी कमेटी के प्रधान, अहुदेदार, जथेदार जां जिहड़ा भी कोई इस वक्त पंथ की शख्सियत अपने आप को समझदा है कि वह आ जिहड़ी करतूत सिट दस रही है कि इन्हां बंदियां ने किवें किवें चोरी कीते, किवें किवें पाड़े ते कित्थे कित्थे खिलारे, जां फिर जो कुछ आ घटनाक्रम सिट दस रही है कि इंज 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 होया कि ਇਹਦੇ ਤੋਂ ਬਾਅਦ कि डेरा प्रेमियों की इस करतूत के खिलाफ इन्हां चों कोई मूँह खोलूगा जां बीते 6 वरियां तो जिहड़ी चुप वट के बैठे चुप वट्टी रखणगे, क्योंकि बहुत वड्डा ऐलान है ये दावा करना। अदालत दे विच तत्थ सबूत पेश करदे हां कि असीं इस मसले नूं सुलझा लिया, भावें कि चोणां तो पहलां सुलझाया, पर चंगी गल है जेकर सच ये सुलझाउण दा जिहड़ा दावा कीता सच्चा होवे।
पर जिहड़ा मैं सवाल खड़ा कर रहा, सवाल ये है कि जिहड़ी पार्टी के उत्ते इल्जाम लगते रहे, जे सिट कहती है कि आह सबूत असीं पेश कर दिते ते घटनाक्रम इंज वापरिया कि जथेदार साहब, कि श्रोमणी गुरुद्वारा प्रबंधक कमेटी की प्रधान, कि होर पंथक हस्तियां जिहड़ियां अपने आप नूं अखवाउंदियां ने, कि सुखबीर सिंह बादल, कि प्रकाश सिंह बादल जां उन्हां दा जिहड़ा सारा लाणा है कि हुण मूँह खोलूगा जां चुप वटेगा, आपां इंतजार करांगे। पर तुसीं कमेंट बॉक्स दे विच जरूर लिखिओ कि तुहानूं लगदा है कि इस मामले दे उत्ते ओह अपनी कोई प्रतिक्रिया देणगे जां नहीं। दूसरे पासे इन्हां मामलिਆਂ ਨੂੰ ਲੈ ਕੇ कि इंसाफ दिता नहीं गया, इंसाफ देण दीयां कोशिशां नहीं कीतीਆਂ गईਆਂ, ढिल मੱਠ वरती गई है। पंजाब की सरकार जिहड़ी इस वक्त सत्ताधारी पार्टी कांग्रेस है, वो इस वक्त बहुत सारे धड़ियां दे विच वंडी नज़र आ रही है। तो खबरां मिल रही ने कि दिल्लीों फोन खड़क रहे हैं, हाई कमान गंभीर है। असल दे विच मामला जिहड़ा कांग्रेस दे विच भखिया है, वो हाई कोर्ट वालों कोटकपूरा गोलीकांड की जिहड़ी जांच रिपोर्ट सी उहनूं रद्द करन तो बाद पूरा तूल फड़ गया तो भख गया। कैप्टन सरकार अते पंजाब कांग्रेस के विच आपसी घमसान की लड़ाई शुरू हुई तो लगातार वधी जा रही है। हुण पंजाब कांग्रेस का अंदरूनी काटो कलेश काफ़ी गंभीर हो गया। ये काटो कलेश, ये खाना जंगी गंभीर होने तो बाद पार्टी हाईकमान लगता कि सरगर्म हो गई है। पर इहदे बावजूद भी पंजाब कांग्रेस के अंदर बगावती सुरां दिन प्रति दिन तिखियां होंदियां जा रही हैं। इन्हां दी गिणती रोज़ाना वध रही है। भावें सरकारी धिर इस नूं गलत दस रही है। कांग्रेस हाई कमान वालों राहुल गांधी दीयां हदायतां, पंजाब के इंचार्ज हरीश रावत लगातार खबरां मिल रही ने कि मुख्यमंत्री तो निराश होकर वक्री मुहिम चला रहे मंत्रियों तो विधायकों अते प्रमुख आगुआं नूं फोन करके फिलहाल जिहड़ियां वो सरगर्मियां उलीकी बैठे है। जे बहुतियां नहीं तो 2-3 दिनों के वास्ते रोकण वास्ते उन्होंने हुक्म दिते गए है। अते नाल ये भी दस्सिया गया है कि छेती ये जिहड़ा संकट पैदा हो गया है, हाई कमान इनू हल करू, उन्होंने भरोसा दे दिता गया है। तो कैबिनेट मंत्री चरणजीत चन्नी इन्हां फोनां तो बाद ही खबर मिली सी कि उन्होंने प्रैस कॉन्फ्रेंस रखी हुई सी, जिहड़े उन्हां ते दोष लगे हुए हैं कि एक बीबी फिर उठ के खड़ी हो गई है। मामला 2018 वाला सी, जदों चन्नी ने कैप्टन अमरिंदर सिंह की मुखालफत की तो वह फाइल तो मिट्टी झाड़ के दोबारा उस बीबी नूं खड़ा कर लिया गया। उस मामले दे विच चरणजीत चन्नी वालों प्रैस कॉन्फ्रेंस रखी गई सी ते जदों दिल्लीों फोन आ गया, चरणजीत चन्नी ने हरीश रावत की उस अपील तो बाद एक कॉन्फ्रेंस रद्द कर दी। पर वह कॉन्फ्रेंस तो रद्द कर दी, पर जिहड़ी चरणजीत चन्नी की सकत्रेत स्थित जिहड़ी रिहायश है, उहदे ते मीटिंग कुछ मंत्रियों ते विधायकों ने जरूर की, जिस दे विच पंजाब कांग्रेस के साबका प्रधान ते मौजूदा राज सभा मैंबर प्रताप सिंह बाजवा वो शामिल रहे। इहदे तो इलावा पता लग्या कि सीनियर कैबिनेट मंत्री सुखजिंदर सिंह रंधावा, विधायक प्रगट सिंह खास तौर पर हाज़री भर के आए। तो मिली जानकारी के अनुसार इस मीटिंग में 5 मंत्री सी अते लगभग 7 विधायक भी सन। कुछ होरना सूत्रों तो जानकारी ये भी मिली है कि इन्हां विच नत्थू राम ते सुरजीत सिंह धिमान भी शामिल होया है। तो जदों रंधावा साहब तो बाजवा साहब तो पूछा गया कि दसो होर किहड़े-किहड़े सी, कहंदे हाले असीं दस नहीं सकते, पर भरोसेयोग सूत्र दस रहे कि कुछ एक बंदे होर भी इस मीटिंग में शामिल सी। ये भी जानकारी मिली है कि कांग्रेस के विच चल रही ये घमसान की लड़ाई, ये पार्टी हाईकमान के दखल देने तो बाद ये पता लग्या कि कुछ सीनियर आगू जिहड़े दिल्ली तो एक पैनल बना के चंडीगढ़ आ सकते हैं अते चंडीगढ़ आके पार्टी के सारे विधायकों तो पैदा हुए मौजूदा संकट के बारे इकट्ठियां नूं नहीं, इकल्ले इकल्ले नूं बिठा के राय पुछ सकते हैं तो राय पुछण तो बाद अपना कोई फैसला सुना सकते हैं। हुण आ 2-3 दिन वास्ते पंजाब कांग्रेस के वास्ते बहुत अहम ते गंभीर दिन होणगे। जे बहु गिणती विधायकों ने पार्टी हाईकमान के जिहड़े कुछ मैंबर आने ने, वफद आना, उन्होंने ये दस दिता कि सारी स्थिति कैप्टन अमरिंदर सिंह के पैरों बिगड़ी है, असीं ते पिंडां विच लोकां कोल जा नहीं सकते, उन्होंने मूँह दिखा नहीं सकते। तो हो सकता है कि जिहड़ियां चोणां कैप्टन अमरिंदर सिंह कहंदे आ कि मेरी अगवाई च लड़ियां जाणगियां, हो सकता है कि पार्टी का चेहरा बदल दिता जाए। पर हुण देखना यह होएगा कि आ 2-3 दिन कैप्टन अमरिंदर सिंह गुआढ़ी मुल्क वाले पासे फोन घटा के इन्हां नूं अपने कॉन्फिडेंस के विच लैण दी कोशिश करते हैं कि जदों पार्टी हाईकमान का वफद आवे तो तुसीं उन्हां नूं कहना की है। हुण खबर है कि 1-2 दिनों के अंदर अंदर हरीश रावत चंडीगढ़ पुज सकते हैं, क्योंकि पंजाब कांग्रेस की जिहड़ी मौजूदा स्थिति है
ਉਹਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੀ, ਰਾਹੁਲ ਗਾਂਧੀ ਵੀ ਪੂਰੀ ਤਰ੍ਹਾਂ ਬਾਜ਼ ਅੱਖ ਨਾਲ ਦੇਖ ਰਹੇ ਹਨ ਤੇ ਇਹਦੇ ਉੱਤੇ ਛੇਤੀ ਕੋਈ ਕਾਰਵਾਈ ਕਰਕੇ ਇਸ ਮਸਲੇ ਨੂੰ ਨਜਿੱਠਣਾ ਚਾਹੁੰਦੇ ਆ। ਤੇ ਨਾਲ ਹੀ ਇੱਕ ਪਾਸੇ ਤਾਂ ਖਬਰ ਇਹ ਆ ਗਈ ਕਿ ਉੱਪਰੋਂ ਫੋਨ ਖੜਕ ਰਹੇ ਨੇ ਕਿ ਆਪਣੀਆਂ ਕਾਰਵਾਈਆਂ ਬੰਦ ਕਰ ਦਿਓ। ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ ਕਿ ਚਰਨਜੀਤ ਚੰਨੀ ਹੋਰਾਂ ਨੇ ਆਪਣੀ ਪ੍ਰੈਸ ਕਾਨਫਰੰਸ ਪੋਸਟਪੋਨ ਕਰ ਦਿੱਤੀ, ਪਰ ਨਵਜੋਤ ਸਿੱਧੂ ਉਹ ਨਹੀਂ ਟਲੇ। ਨਵਜੋਤ ਸਿੱਧੂ ਨੇ ਵਿਧਾਇਕ ਪ੍ਰਗਟ ਸਿੰਘ ਨੂੰ ਧਮਕੀ ਦੇਣ ਦੇ ਮਾਮਲੇ ਨੂੰ ਇੱਕ ਵਾਰੀ ਫਿਰ ਆਧਾਰ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਤੇ ਫਿਰ ਨਿਸ਼ਾਨਾ ਬੰਨ੍ਹਿਆ। ਉਹਨਾਂ ਨੇ ਫਿਰ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਸੱਚ ਬੋਲਦਾ ਹੈ ਤਾਂ ਉਹ ਕੈਪਟਨ ਦਾ ਦੁਸ਼ਮਣ ਬਣ ਜਾਂਦਾ ਹੈ। ਕਾਂਗਰਸ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਲੋਕਾਂ ਦੇ ਮੁੱਦੇ ਉਭਾਰ ਕੇ ਉਹ ਕਹਿੰਦੇ ਅਸਲ ਦੇ ਵਿੱਚ ਪਾਰਟੀ ਮਜ਼ਬੂਤ ਕਰਨ ਦੀ ਗੱਲ ਕਰਦੇ ਆ। ਸਿਰਫ ਇੰਨਾ ਹੀ ਨਹੀਂ, ਨਵਜੋਤ ਕਹਿੰਦੇ ਉਹ ਇਹਨਾਂ ਦਾ ਜਮਹੂਰੀ ਹੱਕ ਵੀ ਹੈ, ਸੰਵਿਧਾਨਕ ਹੱਕ ਵੀ ਹੈ ਕਿ ਉਹ ਲੋਕ ਮੁੱਦੇ ਉਭਾਰਨ। ਨਵਜੋਤ ਸਿੱਧੂ ਨੇ ਕਿਹਾ ਕਿ ਜੇ ਇਸ ਵੇਲੇ ਕੋਈ ਸੱਚ ਬੋਲਦਾ ਹੈ ਤਾਂ ਕੈਪਟਨ ਸਾਹਿਬ ਉਸ ਨੂੰ ਆਪਣਾ ਦੁਸ਼ਮਣ ਮੰਨ ਲੈਂਦੇ ਆ। ਤੇ ਸਿੱਧੂ ਨੇ ਨਾਲ ਜਦੋਂ ਇਹ ਟਵੀਟ ਕੀਤਾ, ਪ੍ਰਗਟ ਸਿੰਘ ਦੀ ਉਹ ਵੀਡੀਓ ਵੀ ਨਾਲ ਅਟੈਚ ਕੀਤੀ ਹੈ ਜਿਹਦੇ ਵਿੱਚ ਪ੍ਰਗਟ ਸਿੰਘ ਆਖ ਰਹੇ ਨੇ ਕਿ ਮੈਨੂੰ ਕੈਪਟਨ ਸੰਦੀਪ ਸੰਧੂ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਨੇ ਰਾਤ ਨੂੰ ਫੋਨ ਕਰਕੇ ਕਹਿੰਦੇ ਆ ਕਿ ਤੇਰੇ ਲਈ ਮੇਰੇ ਕੋਲ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਸੁਨੇਹਾ ਹੈ। ਪ੍ਰਗਟ ਸਿੰਘ ਉਹਦੇ ਵਿੱਚ ਕਹਿੰਦੇ ਸੁਣੇ ਜਾ ਸਕਦਾ। ਮੈਂ 3 ਵਾਰੀ ਪੁੱਛਿਆ ਕਿ ਸੱਚੀ ਹੈ, ਮੈਂ ਹੈਰਾਨ ਸੀ। ਉਹ ਕਹਿੰਦੇ ਬਿਲਕੁਲ ਤੈਨੂੰ ਠੋਕ ਦਿਆਂਗੇ। ਫਿਰ ਅੱਗਿਓਂ ਤੁਹਾਨੂੰ ਯਾਦ ਹੋਣਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਉਸ ਸੁਨੇਹੇ ਤੋਂ ਬਾਅਦ ਪ੍ਰਗਟ ਸਿੰਘ ਕਹਿੰਦੇ ਆ ਕਿ ਫਿਰ ਜਿੱਥੇ ਮਰਜੀ ਜਦੋਂ ਮਰਜੀ ਮੈਂ ਤਿਆਰ ਹਾਂ। ਤੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਜਿਹੜੇ ਸਾਬਕਾ ਪੰਜਾਬ ਦੇ ਮੰਤਰੀ ਹੈ, ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਸਖਤ ਟਿੱਪਣੀਆਂ ਕੀਤੀਆਂ ਨੇ। ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਦੇ ਵੀ ਡਿੱਗ ਸਕਦੀ ਹੈ। ਆਪਣੇ ਪਾਰਟੀ ਦਫ਼ਤਰ ਦੇ ਵਿੱਚ ਉਹ ਗੱਲਬਾਤ ਕਰ ਰਹੇ ਸੀ। ਉਹਨਾਂ ਕਿਹਾ ਕਿ ਸ਼ਹਿਰਾਂ ਤੋਂ ਬਾਅਦ ਇਸ ਵਕਤ ਪਿੰਡਾਂ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਰਕਾਰੀ ਹਸਪਤਾਲਾਂ ਦੇ ਵਿੱਚ ਕੋਈ ਪ੍ਰਬੰਧ ਤਸੱਲੀ ਬਖਸ਼ ਨਹੀਂ ਨੇ, ਜਦਕਿ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਕ ਮਰੀਜ਼ਾਂ ਨੂੰ ਲਗਾਤਾਰ ਲੁੱਟ ਰਹੇ ਨੇ। ਉਹਨਾਂ ਅੰਮ੍ਰਿਤਸਰ ਸਥਿਤ ਹਸਪਤਾਲ ਵੱਲੋਂ ਮਰੀਜ਼ ਦੇ ਇਲਾਜ ਬਦਲੇ 21 ਲੱਖ ਰੁਪਏ ਵਸੂਲਣ ਦੀ ਇੱਕ ਮਿਸਾਲ ਵੀ ਦਿੱਤੀ। ਉਹਨਾਂ ਨੇ ਕਾਂਗਰਸ ਦੇ ਕਾਟੋ ਕਲੇਸ਼ ਬਾਰੇ ਬੋਲਦਿਆਂ ਵੀ ਆਖਿਆ ਤੇ ਨਾਲ ਨਵਜੋਤ ਸਿੱਧੂ ਤੇ ਹਮਲਾ ਕਰਨਾ ਨਹੀਂ ਭੁੱਲੇ, ਕਿਉਂਕਿ ਨਵਜੋਤ ਸਿੱਧੂ ਉਹਨਾਂ ਨੂੰ ਵੀ ਲੰਬੂ ਲੰਬੂ ਕਹਿ ਕੇ ਹਮਲੇ ਕਰਦਾ ਰਹਿੰਦਾ। ਨਵਜੋਤ ਸਿੱਧੂ ਤੇ ਹਮਲਾ ਕਰਦਿਆਂ ਉਹਨਾਂ ਕਿਹਾ ਕਿ ਬੀਤੇ 4 ਸਾਲਾਂ ਤੋਂ ਬੇਅਦਬੀ ਮੁੱਦਿਆਂ ਤੇ ਅਕਾਲੀ ਦਲ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਤੇ ਉਹ ਇਲਜ਼ਾਮ ਲਾਉਂਦੇ ਆ। ਕਹਿੰਦੇ ਆ ਕਿ ਜੇ ਉਹਦੇ ਕੋਲ ਕੋਈ ਸਬੂਤ ਹੈ ਤਾਂ ਅਦਾਲਤ ਵਿੱਚ ਪੇਸ਼ ਕਰੇ। ਉਹਨਾਂ ਸਿੱਧੂ ਨੂੰ ਹਾਈ ਕੋਰਟ ਵਿੱਚ ਸਬੂਤ ਜਿਹੜੇ ਉਹ ਕਹਿੰਦਾ ਮੇਰੇ ਕੋਲ ਹੈਗੇ ਪੇਸ਼ ਕਰਨ ਦੀ ਚੁਣੌਤੀ ਦਿੱਤੀ ਹੈ। ਮੈਂ ਇੱਥੇ ਦੱਸ ਦਿਆਂ ਕਿ ਬੀਤੇ ਦਿਨੀ ਚੁਣੌਤੀ ਦੇ ਦਿੱਤੀ ਸੀ ਸੁਖਬੀਰ ਬਾਦਲ ਨੇ। ਸੁਖਬੀਰ ਬਾਦਲ ਦੀ ਚੁਣੌਤੀ ਦੂਸਰੇ ਦਿਨ ਉਹਨਾਂ ਨੇ ਕਬੂਲ ਕਰਕੇ ਤੱਥ ਸਬੂਤ ਸਾਹਮਣੇ ਰੱਖ ਦਿੱਤੇ। ਇਸ ਦੇ ਨਾਲ ਆਖਿਆ ਸੀ ਕਿ ਮੈਂ ਤਾਂ ਹੁਣ ਆਪਣਾ ਕੰਮ ਕਰ ਦਿੱਤਾ ਤੇ ਹੁਣ ਸੁਖਬੀਰ ਬਾਦਲ ਮੇਰੀ ਇਸ ਚੁਣੌਤੀ ਨੂੰ ਕਬੂਲਣ ਤੋਂ ਬਾਅਦ ਅੱਗੇ ਮੈਦਾਨ ਵਿੱਚ ਨਿਕਲ ਕੇ ਇਹਦਾ ਜਵਾਬ ਦੇਵੇ। ਕਿੰਨੇ ਘੰਟੇ ਬੀਤ ਚੁੱਕਿਆ, ਕਈ ਦਿਨ ਬੀਤ ਚੁੱਕਿਆ, ਸੁਖਬੀਰ ਬਾਦਲ ਦਾ ਕੋਈ ਜਵਾਬ ਨਹੀਂ ਆਇਆ। ਉਹਨਾਂ ਦੇ ਸਾਲਾ ਸਾਹਿਬ ਦਾ ਬਿਆਨ ਆਇਆ। ਉਹ ਕਹਿੰਦੇ ਜੇ ਸਬੂਤ ਨੇ ਨਵਜੋਤ ਸਿੰਘ ਸਿੱਧੂ ਕੋਲੇ ਤੇ ਹਾਈ ਕੋਰਟ ਵਿੱਚ ਦੇਵੇ। ਮਜੀਠੀਆ ਨੇ ਕਿਹਾ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ, ਆਈਜੀ ਰਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਵਿੱਚ ਕਿਤੇ ਵੀ ਬਾਦਲ ਪਰਿਵਾਰ ਨੂੰ ਪੁਲਿਸ ਗੋਲੀਬਾਰੀ ਦਾ ਦੋਸ਼ੀ ਠਹਿਰਾਇਆ ਨਹੀਂ ਗਿਆ। ਇਸੇ ਦੌਰਾਨ ਮਜੀਠੀਆ ਨੇ ਸਿੱਧੂ ਦੇ ਵੱਲੋਂ ਵੱਖੋ-ਵੱਖ ਡੇਰਿਆਂ ਦੇ ਮੁਖੀਆਂ ਤੋਂ ਅਸ਼ੀਰਵਾਦ ਲੈਣ ਦੀਆਂ ਵੀਡੀਓਜ਼ ਵੀ ਦਿਖਾਈਆਂ ਅਤੇ ਕਿਹਾ ਕਿ ਡੇਰਿਆਂ ਤੇ ਜਾਣ ਵਾਲੇ ਸਿੱਧੂ ਦੀ ਕੋਈ ਵਿਚਾਰਧਾਰਾ ਹੈ, ਕੋਈ ਕਿਰਦਾਰ ਹੈ ਜਾਂ ਨਹੀਂ। ਉਹਨਾਂ ਇਹ ਵੀ ਆਖਿਆ ਕਿ ਬੇਅਦਬੀ ਦੀ ਗੱਲ ਕਰਨ ਵਾਲੇ ਸਿੱਧੂ ਨੇ ਸਾਲ 2015 ਵਿੱਚ ਅਸਤੀਫਾ ਕਿਉਂ ਨਾ ਦੇ ਦਿੱਤਾ। ਉਹਨਾਂ ਇਹ ਵੀ ਆਖਿਆ ਕਿ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਮੁੱਖ ਪਾਰਲੀਮਾਨੀ ਸਕੱਤਰ ਅਹੁਦੇ ਤੋਂ ਫਿਰ ਉਸ ਵਕਤ ਅਸਤੀਫਾ ਕਿਉਂ ਨਾ ਦੇ ਗਏ। ਉਹ ਕਹਿੰਦੇ ਸਿੱਧੂ ਇਹਨਾਂ ਗੱਲਾਂ ਦਾ ਜਵਾਬ ਦੇਵੇ ਜਿਹੜੀਆਂ ਗੱਲਾਂ ਦੇ ਉਹ ਸਾਡੇ ਕੋਲੋਂ ਸਵਾਲ ਕਰਕੇ ਜਵਾਬ ਮੰਗਦਾ ਹੈ। ਹੁਣ ਦੇਖਦੇ ਹਾਂ ਕਿ ਸੁਖਬੀਰ ਬਾਦਲ ਦੀ ਚੁਣੌਤੀ ਤਾਂ ਲਈ ਸੀ ਕਬੂਲ, ਕੀ ਆ ਬਿਕਰਮ ਮਜੀਠੀਆ ਦੀ ਚੁਣੌਤੀ ਨੂੰ ਨਵਜੋਤ ਸਿੱਧੂ ਕਬੂਲ ਕੇ ਕੋਈ ਜਵਾਬ ਦਿੰਦੇ ਹੈ ਜਾਂ ਨਹੀਂ। ਅਗਲੀ ਖਬਰ ਕਿਸਾਨੀ ਧਰਨੇ ਨਾਲ ਸੰਬੰਧਿਤ ਖਬਰ ਹੈ। ਦਿੱਲੀ ਦੀਆਂ ਬਰੂਹਾਂ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਧਰਨੇ ਚੱਲ ਰਹੇ ਹੈ। ਲਗਭਗ ਆਉਣ ਵਾਲੀ 25 ਤਰੀਕ ਨੂੰ 6 ਮਹੀਨੇ ਪੂਰੇ ਹੋ ਜਾਣੇ ਹੈ। ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਕੁਰਬਾਨ ਹੋ ਚੁੱਕੀਆਂ ਨੇ ਤੇ ਹੁਣ ਵੀ ਖਬਰ ਮਿਲ ਰਹੀ ਹੈ ਕਿ ਇਸੇ ਧਰਨੇ ਦੇ ਵਿੱਚ ਸ਼ਮੂਲੀਅਤ ਕਰਕੇ 4 ਦਿਨ ਪਹਿਲਾਂ ਪਰਤੇ ਮਾਣੂਕਿਆਂ ਦੇ ਕਿਸਾਨ ਆਗੂ ਬੂਟਾ ਸਿੰਘ, ਜਿਨ੍ਹਾਂ ਦੀ ਉਮਰ ਤਕਰੀਬਨ 70 ਵਰ੍ਹੇ ਸੀ, ਉਹਨਾਂ ਦੀ ਮੌਤ ਹੋ ਗਈ ਹੈ।
मिली जानकारी अनुसार किसान आगू बूटा सिंह समय समय ते दर्जनां वार दिल्ली मोर्चे विच शमूलीयत की। इसे तरह एक होर खबर मिली है। यह खबर भीखी नेड़ले पिंड अतला कलां दी है। उत्थों के 22 वरियां के नौजवान राजविंदर सिंह की टीकरी सरहद तो वापस आउंदे रस्ते विच दिल का दौरा पैण कारण मौत हो गई। तो खबर दुखदाई है। 22 वरियां का गभरू नौजवान मौत के मूँह चला गया। भारतीय किसान यूनियन उगराहां के ब्लाक आगू भोला सिंह ने दस्सिया कि राजविंदर सिंह बीते कई महीनों तो दिल्ली की टिकरी सरहद के संघर्ष में हिस्सा ले रहे सन। वो अज जदों अपने पिंड अतला कलां आउण दे वास्ते बहादरगढ़ रेलवे स्टेशन पर पहुंचे तो उत्थे उन्होंने दिल का दौरा पिया, जिस कारण उन्हों की मौत हो गई। किसान आगुआ ने यह भी दस्सिया कि राजविंदर 22 वरियां दा सी अते उहदे माता पिता की पहले ही मौत हो चुकी है। बड़ी दुखदायक खबर है। जदों पिंड इस खबर का पता लग्या तो पिंड विच सोग का माहौल है। इसी तरह एक होर खबर मिली है। खबर के अनुसार पटियाला का नेड़ला पिंड है दौण खुरद के 80 वरियां के किसान भोला सिंह की भी मौत हो गई। जानकारी अनुसार भोला सिंह यूनीयन के बाकी आगुआं दे नाल बीती 8 तरीक नूं 8 मई नूं संघर्ष में हिस्सा लैण वास्ते दिल्ली पहुंचे अते 13 मई नूं पिंड वापस परते अते बीमार हो गए अते वो ठीक नहीं हो सके ते अज उन्हां दी भी मौत हो गई है। तुसीं देख लो, अपनी भावें पुराने प्रोग्राम कढ के वेख सुन लिओ, शायद ही कोई इस तरह का प्रोग्राम होवे जिहदे विच किसानां दे जां किसान आगुआं दी मौत दा अपना जीवन कुर्बान कर देण दी कोई खबर ना होवे। पर दूसरे पासे पंजाब बोलदा दे विच अते उह तो एक वक्खरी खबर भी तुहाडे नाल साझी कीती सी कि केंद्रीय खेतीबाड़ी मंत्री नरेंद्र तोमर मध्य प्रदेश में जाते सी, उत्थे किसानां ने घेर लिया। किसानां ने हुण ये दस्सिया कि असीं प्रबंधकां नूं आखिया सी कि नरेंद्र तोमर खेतीबाड़ी मंत्री इत्थे आ रहे हैं, असीं उहदे नाल गलबात करनी चाहुंदे हां। कहंदे प्रशासन ने सानूं कोरा जवाब दे दित्ता सी कि नहीं, नरेंद्र तोमर नाल तुहाडी गल नहीं करवा सकदे। वो कहंदे फिर असीं करदे की, सानूं पता सी कि इत्थों दी लंघना उहदे काफले ने। ते कहंदे फिर शेरदल बन के घेर लिया। घेरन तो बाद कहते नरेंद्र तोमर यही कही गया कि 12 मीटिंगां कर लियां, किसान आगू कोई तजवीज़ ही नहीं दे सके। पर वो कहते असीं उन्होंने आख दिता कि असीं MSP की भी गारंटी चाहुंदे हां ते असीं एक काले कानून भी नहीं चाहुंदे। पर नरेंद्र सिंह तोमर कोल कोई जवाब नहीं सी, सिर्फ इहो ही कहंदे रहे कि किसान आगू मीटिंगां करके जाते रहे पर मुड़ के मीटिंग क्यों नहीं की। वड्डा सवाल है कि तुसीं मरन वास्ते उन्हां नूं सरहदां ते छड्ड दित्ता कि वो तुहाडे मुल्क दे किसान नहीं, कि जिन्हां वास्ते तुसीं कानून लागू कीते ने, कानून बनाए नहीं, जदों वो चाहुंदे नहीं कि उन्हां नाल गलबात करना सरकार का कोई फर्ज नहीं। एक पासे कोविड महामारी चल रही है तो दूसरे पासे जे उन्हां दी जी दा उन्हां दी जान दा फिक्र है तो वो जे चाहुंदे ने उन्हां दियां मंगां मन के उन्हां नूं घरों घरी तोरना सरकार का फर्ज नहीं। सो सवाल बहुत वड्डे है। सो दोस्तों, ये सी अज दा प्रोग्राम। उम्मीद कर रहे हैं कि तुहानूं चंगा लग्या होएगा। जेकर सचमुच प्रोग्राम चंगा लग्या कृपा करके लाइक और शेयर करना भी ना भुल्लिओ। अते नाल ही जेकर हाले तक अपने इस चैनल नूं तुसीं सबसक्राइब नहीं किया, कृपा करके सबसक्राइब करके नोटिफिकेशन वाली घंटी जरूर ऑन कर लेनी। तुहाडे धन्नवादी होवांगे। समा समाप्त है। जाण तो पहलां कहांगा, जिंदगी जिंदा दिली दा नाम है। दविंदर सिंह बैनीपाल नूं आग्या दिओ। सत श्री अकाल। तेरा बरखा।